ਰੰਗ ਰਾਤੇ ਸੁਹਾਵਾ ਕਰੇ ਸਰੇ ਸਜੋ ਜੋਤੀ ਰੇ ਰੰਗ ਰਾਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ ਅਗਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਜਿਸ ਤਰ੍ਹਾਂ ਕਿ ਅਸੀਂ ਤੁਸੀਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪਾਵਨ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਸੋ ਉਸ ਦੇ ਸੰਬੰਧ ਵਿੱਚ ਇੱਕ ਬਾਣੀ ਚੈਨਲ ਦੇ ਸਮੂਹ ਪ੍ਰਬੰਧਕ ਵੀਰਾਂ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਕਿ ਕਿਉਂ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਲੋਕ, ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਅਤੇ ਉਹਨਾਂ ਦੇ ਉਪਦੇਸ਼, ਉਹਨਾਂ ਦੀ ਸ਼ਹਾਦਤ ਨੂੰ ਘਰ ਘਰ ਤੱਕ ਪਹੁੰਚਾਇਆ ਜਾਏ। ਸੋ ਉਸੇ ਦੇ ਤਹਿਤ ਦਾਸ ਨੂੰ ਵੀ ਸੁਭਾਗ ਪ੍ਰਾਪਤ ਹੋਇਆ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਆਪ ਨਾਲ ਸਾਂਝੀ ਕਰ ਸਕਾਂ। ਸੋ ਅੱਜ ਕੇਵਲ ਤਾਂ ਕੇਵਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਇੰਟਰੋਡਕਸ਼ਨ ਹੀ ਦੇਣੀ ਹੈ ਕਿ ਅਸਲ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ ਅੰਦਰੋਂ ਮੁੱਖ ਉਪਦੇਸ਼, ਮੁੱਖ ਸਿੱਖਿਆਵਾਂ ਕੀ ਮਿਲਦੀਆਂ ਨੇ। ਸੋ ਆਓ ਆਪ ਜੀ ਬਖਸ਼ੋ ਅਸੀਸ ਤਾਂ ਕਿ ਇਸ ਕਾਰਜ ਦੀ ਆਰੰਭਤਾ ਕਰ ਸਕੀਏ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਵੇਖਦੇ ਹਾਂ ਨਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 15 ਰਾਗਾਂ ਦੇ ਅੰਦਰ 59 ਸ਼ਬਦ ਹਨ ਔਰ ਇਹਨਾਂ 59 ਸ਼ਬਦਾਂ ਤੋਂ ਇਲਾਵਾ 57 ਸਲੋਕ ਹਨ ਜਿਨ੍ਹਾਂ ਨੂੰ ਆਪਾਂ 9ਵੇਂ ਮਹੱਲੇ ਦੇ ਸਲੋਕ ਕਹਿੰਦੇ ਹਾਂ। ਉਹਨਾਂ ਪਾਵਨ ਸਲੋਕਾਂ ਦੀ ਆਪਾਂ ਵਿਚਾਰ ਆਰੰਭ ਕਰਨੀ ਹੈ। ਪਰ ਪਹਿਲਾਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਅਸਲ ਵਿੱਚ ਇਹ ਸਾਰੀ ਬਾਣੀ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਹੜੀਆਂ ਮੁੱਖ ਸਿੱਖਿਆਵਾਂ ਦਿੱਤੀਆਂ। ਹਾਲਾਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਦੇਖਿਓ, ਮੇਰੇ ਸਤਿਗੁਰਾਂ ਨੇ ਹਰ ਇੱਕ ਵਿਸ਼ੇ ਤੇ ਗੱਲ ਕੀਤੀ ਹੈ, ਪਰ ਮੁੱਖ ਰੂਪ 'ਚ ਕਿਹੜੀਆਂ ਸਿੱਖਿਆਵਾਂ ਨੇ, ਤਾਂ ਕਿ ਬਾਣੀ ਦੀ ਥੋੜ੍ਹੀ ਜਿਹੀ ਜਾਣ ਪਛਾਣ ਹੋ ਜਾਏ। ਸਾਡੀ ਬਦਕਿਸਮਤੀ ਕਿ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਕੇਵਲ ਤਾਂ ਕੇਵਲ ਸੋਗਮਈ ਦੀਵਾਨਾਂ ਤੱਕ ਸੀਮਤ ਕਰਕੇ ਰੱਖ ਦਿੱਤਾ। ਅਸਲ ਵਿੱਚ ਇਹ ਸੋਗਮਈ ਦੀਵਾਨਾਂ ਤੱਕ ਸੀਮਤ ਨਹੀਂ ਸੀ ਰੱਖਣਾ। ਇਸ ਪਾਵਨ ਬਾਣੀ ਦੇ ਅੰਦਰ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜੀਵਨ ਦੀ ਜਾਂਚ ਸਿਖਾਈ ਹੈ ਕਿ ਅਸਲ ਵਿੱਚ ਜਿਉਣ ਦਾ ਢੰਗ ਕਿਹੋ ਜਿਹਾ ਹੋਣਾ ਚਾਹੀਦਾ। ਸੋ ਆਓ ਸੰਖੇਪ ਰੂਪ 'ਚ ਗੱਲ ਕਰਨੀ ਹੈ। ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਪੜ੍ਹਦੇ ਹਾਂ ਜਾਂ ਸਲੋਕ ਪੜ੍ਹਦੇ ਹਾਂ ਤੇ ਤਿੰਨ ਗੱਲਾਂ ਮੁੱਖ ਰੂਪ 'ਚ ਸਾਹਮਣੇ ਆਉਂਦੀਆਂ ਨੇ। ਸਭ ਤੋਂ ਪਹਿਲਾਂ ਕਿ ਅਸਲ ਤਿਆਗ ਕੀ ਹੈ। ਦੁਨੀਆ ਦੇ ਅੰਦਰ ਇੱਕ ਬਹੁਤ ਵੱਡਾ ਭੁਲੇਖਾ ਪਿਆ ਹੋਇਆ ਸੀ ਕਿ ਸ਼ਾਇਦ ਤਿਆਗ ਇਹ ਹੈ ਕਿ ਘਰ-ਬਾਰ ਛੱਡ ਕੇ ਕਿਤੇ ਪਾਸੇ ਚਲੇ ਜਾਣਾ। ਦੂਜੇ ਨੰਬਰ ਤੇ ਤਿਆਗ ਤੋਂ ਬਾਅਦ ਅਸਲ ਬੈਰਾਗ ਦੀ ਗੱਲ ਆਉਂਦੀ ਹੈ ਤੇ ਬੈਰਾਗ ਤੋਂ ਬਾਅਦ ਅਸਲ ਅਨੁਰਾਗ ਦੀ ਗੱਲ ਆਉਂਦੀ ਹੈ। ਅਨੁਰਾਗ ਕੀ ਹੈ? ਅਸਲ ਵਿੱਚ ਪ੍ਰੀਤ ਕਿਹੜੀ ਵਧੀਆ ਹੈ, ਪਿਆਰ ਕਿਹੜਾ ਚੰਗਾ ਹੈ। ਮਨੁੱਖ ਨੇ ਕਈ ਤਰ੍ਹਾਂ ਦਾ ਪਿਆਰ ਸੰਸਾਰ ਤੇ ਪਾ ਕੇ ਰੱਖਿਆ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ ਦੇ ਅੰਦਰ ਅਸਲ ਪ੍ਰੀਤ ਦੀ ਗੱਲ ਕੀਤੀ ਹੈ। ਆਓ ਗੱਲ ਤਿਆਗ ਤੋਂ ਸ਼ੁਰੂ ਕਰਨੀ ਸਾਧ ਸੰਗਤ। ਸੰਸਾਰ ਤੇ ਝਾਤ ਮਾਰ ਕੇ ਦੇਖਿਓ,
ਸੰਸਾਰ ਤੇ ਬੜੀ ਤਰ੍ਹਾਂ ਦਾ ਤਿਆਗ ਲੋਕਾਂ ਨੇ ਕੀਤਾ ਜੀ। ਕੋਈ ਘਰ-ਬਾਰ ਛੱਡ ਕੇ ਜੰਗਲਾਂ 'ਚ ਜਾ ਡੇਰਾ ਲਾ ਲਿਆ। ਉਹਨਾਂ ਦੇ ਦਿਮਾਗ 'ਚ ਇੱਕ ਗੱਲ ਵੱਸ ਗਈ ਕਿ ਸ਼ਾਇਦ ਘਰ-ਬਾਰ ਛੱਡਣ ਕਰਕੇ ਹੀ ਪਰਮਾਤਮਾ ਮਿਲਦਾ। ਕਿਸੇ ਨੇ ਵਸਤਰਾਂ ਦਾ ਤਿਆਗ ਕਰ ਦਿੱਤਾ, ਕਿਸੇ ਨੇ ਅੰਨ ਪਾਣੀ ਦਾ ਤਿਆਗ ਕਰ ਦਿੱਤਾ, ਕਿਸੇ ਨੇ ਕਿਸੇ ਚੀਜ਼ ਦਾ ਤਿਆਗ ਕਰ ਦਿੱਤਾ। ਮੇਰੇ ਸਤਿਗੁਰ ਕਹਿੰਦੇ ਬਹੁਤ ਵੱਡੇ ਭੁਲੇਖੇ ਵਿੱਚ ਭਲਿਆ ਤੂੰ ਜੀ ਰਿਹਾ। ਇਹ ਸਭ ਕੁਝ ਤਿਆਗ ਕਰਨ ਦੇ ਨਾਲ ਤੈਨੂੰ ਪਰਮਾਤਮਾ ਨਹੀਂ ਸੀ ਮਿਲਣਾ। ਹਾਲਾਂਕਿ ਪਰਮਾਤਮਾ ਦੀ ਪ੍ਰਾਪਤੀ, ਮੇਰੇ ਸਤਿਗੁਰ ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਰਹਿ ਕੇ ਤੂੰ ਜੀਵਨ ਮੁਕਤ ਕਿਵੇਂ ਹੋਣਾ। ਮੇਰੇ ਸਤਿਗੁਰਾਂ ਨੇ ਇਹ ਗੱਲ ਸਿਖਾਈ ਜੀ। ਆਓ ਇੱਕ ਬਚਨ ਸੁਣਿਓ, ਤੁਹਾਡਾ ਰੋਮ ਰੋਮ ਗੁਰੂ ਦੇ ਪਿਆਰ ਵਿੱਚ ਖਿੜ ਜਾਏਗਾ ਜੀ। ਮੇਰੇ ਗੁਰੂ ਕਲਗੀਧਰ ਪਾਤਸ਼ਾਹ ਰਹਿਮਤ ਕਰਨ ਕਿਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ। ਜੀਵਨ ਦੀ ਜਾਂਚ ਸਿੱਖਣਾ ਚਾਹੁੰਦਾ ਤੇ ਗੁਰੂ ਕੋਲ ਆ ਜਾ। ਗੁਰੂ ਦੇ ਆਸ਼ੇ ਅਨੁਸਾਰ ਚੱਲਣਾ ਸ਼ੁਰੂ ਕਰ ਦੇ, ਤੈਨੂੰ ਜਿਉਣ ਦੀ ਜੁਗਤ ਆ ਜਾਏਗੀ। ਕਿਹੜੀ ਜੁਗਤ ਜੀ? ਮਾਰੇ ਕਹਿੰਦੇ ਹੱਸੰਦੇ ਆ, ਖੇਲੰਦੇ ਆ, ਪਹਿਨੰਦੇ ਆ, ਖਵੰਦੇ ਆ, ਵਿੱਚੇ ਹੋਵੇ ਮੁਕਤ। ਖਾਣਾ ਪੀਣਾ ਨਹੀਂ ਛੱਡਣਾ, ਘਰ ਨਹੀਂ ਛੱਡਣਾ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰਹਿ ਕੇ ਤੂੰ ਜੀਵਨ ਮੁਕਤ ਕਿਵੇਂ ਹੋਣਾ। ਮੇਰੇ ਸਤਿਗੁਰ ਕਹਿੰਦੇ ਮੈਂ ਤੈਨੂੰ ਇਹੋ ਜਿਹਾ ਤਿਆਗੀ ਬਣਾਉਣਾ ਚਾਹੁੰਦਾ। ਜੇ ਤਿਆਗ ਹੀ ਕਰਨਾ, ਸਤਿਗੁਰਾਂ ਨੇ ਉਹਨਾਂ ਲੋਕਾਂ ਨੂੰ ਆਵਾਜ਼ ਮਾਰੀ ਜੀ। ਬੜੇ ਸੰਖੇਪ ਜਿਹੇ ਤਰੀਕੇ ਨਾਲ ਮੈਨੂੰ ਗੱਲ ਕਰਨੀ ਪੈਣੀ। ਹਾਲਾਂਕਿ ਇਤਨਾ ਕੁ ਸਮੁੰਦਰ ਸਤਿਗੁਰਾਂ ਨੇ ਅਥਾਹ ਦਿੱਤਾ ਸਾਨੂੰ ਜੀ। ਮੈਂ ਕਹਿੰਦਾ ਪਤਾ ਨਹੀਂ ਜਿਤਨੇ ਮਰਜ਼ੀ ਜਨਮ ਆਪਾਂ ਲੈ ਲਈਏ, ਪਰ ਇਹ ਜਿਹੜਾ ਪਿਓ ਦਾਦੇ ਦਾ ਖਜ਼ਾਨਾ ਨਾ, ਇਹ ਸਾਡੇ ਵੱਸ ਦੀ ਗੱਲ ਨਹੀਂ ਕਿ ਇਹਦੀ ਪੂਰਨ ਤੌਰ ਤੇ ਵਿਚਾਰ ਕਰ ਸਕੀ। ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਆਵਾਜ਼ ਮਾਰੀ ਜਿਹੜੇ ਲੋਕ ਘਰ-ਬਾਰ ਛੱਡ ਕੇ ਜਾ ਜੰਗਲਾਂ 'ਚ ਡੇਰਾ ਲਾ ਲਿਆ ਸੀ। ਉਹਨਾਂ ਸੋਚਿਆ ਘਰ-ਬਾਰ ਛੱਡਣ ਦੇ ਨਾਲ ਸ਼ਾਇਦ ਅਸੀਂ ਤਿਆਗੀ ਬਣ ਜਾਵਾਂਗੇ, ਅਸੀਂ ਪਰਮਾਤਮਾ ਨੂੰ ਪਾ ਲਵਾਂਗੇ। ਉਹ ਭਲਿਓ, ਜਿਨ੍ਹਾਂ ਚੀਜ਼ਾਂ ਦਾ ਤਿਆਗ ਕਰਨਾ ਸੀ ਨਾ, ਉਹ ਚੀਜ਼ਾਂ ਤੇ ਤੁਹਾਡੇ ਨਾਲ ਹੀ ਚਲੀਆਂ ਗਈਆਂ। ਬੜਾ ਪਿਆਰਾ ਵਚਨ ਸਾਹਮਣੇ ਆ ਗਿਆ ਜੀ। ਮਾਰ ਕਹਿੰਦੇ ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਕਹਿੰਦੇ ਦੇਸ਼ ਛੱਡ ਕੇ ਪਰਦੇਸ ਨੂੰ ਚੱਲ ਗਿਆ ਬਦਕਿਸਮਤੀ, ਉਹ ਪੰਜ ਵਿਕਾਰ ਤੇ ਤੇਰੇ ਨਾਲ ਹੀ ਆ ਗਏ। ਜਿਨ੍ਹਾਂ ਚੀਜ਼ਾਂ ਦਾ ਤਿਆਗ ਕਰਨੇ ਸੀ ਉਹ ਤੇਰੇ ਨਾਲ ਹੀ ਚੰਬੜੀਆਂ ਰਹੀਆਂ। ਕਿਉਂ? ਮੇਰੇ ਸਤਿਗੁਰ ਕਹਿੰਦੇ ਇੱਕ ਉਹ ਬੰਦਾ ਜਿਹੜਾ ਕਹਿੰਦਾ ਕਿ ਮੈਂ ਕਰੋੜਪਤੀ ਹਾਂ, ਇਹ ਵੀ ਇੱਕ ਮਾਣ ਵਾਲੀ ਗੱਲ ਹੈ। ਇੱਕ ਉਹ ਬੰਦਾ ਜਿਹੜਾ ਕਹਿੰਦਾ ਮੈਂ ਕਰੋੜਾਂ ਦਾ ਤਿਆਗ ਕਰ ਦਿੱਤਾ, ਇਹ ਵੀ ਤਾਂ ਇੱਕ ਮਾਣ ਵਾਲੀ ਗੱਲ ਹੈ। ਮਾਰ ਕਹਿੰਦੇ ਜੇ ਅਸਲ ਵਿੱਚ ਤਿਆਗ ਕਰਨਾ ਸੀ ਤੇ ਕਿਸ ਚੀਜ਼ ਦਾ ਤਿਆਗ ਕਰਨਾ ਸੀ? ਕੁਝ ਕੁ ਪ੍ਰਮਾਣ ਤੁਹਾਡੇ ਸਮਕਸ਼ ਰੱਖਣੇ ਨੇ। ਸਤਿਗੁਰਾਂ ਦੀ ਬਾਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਹਿਲਾ ਸ਼ਬਦ ਗੌੜੀ ਰਾਗ ਦੇ ਅੰਦਰ ਜੀ, ਉਸ ਦੇ ਅੰਦਰ ਸਤਿਗੁਰਾਂ ਨੇ ਤਿਆਗ ਦੀ ਗੱਲ ਕੀਤੀ। ਮਾਰ ਕਹਿੰਦੇ ਤੂੰ ਤਿਆਗਣਾ ਚਾਹੁੰਦਾ, ਅਸਲ ਤਿਆਗੀ ਬਣਨਾ ਚਾਹੁੰਦਾ, ਆ ਤੈਨੂੰ ਦੱਸਾਂ ਕਿ ਕੀ ਤਿਆਗਣਾ ਜੀ। ਮੈਂ ਸ਼ਬਦ ਕਹਿਲਾਂ ਪਹਿਲਾਂ ਪੂਰਾ, ਜਿਹਨਾਂ ਲੋਕਾਂ ਨੂੰ ਆਵਾਜ਼ ਮਾਰੀ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ। ਉਹ ਕਿਉਂ ਘਰ-ਬਾਰ ਛੱਡ ਕੇ ਜੰਗਲਾਂ 'ਚ ਰੱਬ ਨੂੰ ਭਾਲਣਾ ਪਿਆ? ਪਰਮਾਤਮਾ ਤੇ ਤੇਰੇ ਅੰਦਰ ਬੈਠਾ। ਪਰਮਾਤਮਾ ਕੋਈ ਦੂਰ ਥੋੜੀ ਬੈਠਾ। ਭਗਤ ਨਾਮਦੇਵ ਨੂੰ ਪੁੱਛ ਲਿਓ, ਕਹਿਣ ਲੱਗੇ ਸਭਾ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲਾ ਰੇ। ਜਗਿਆ ਉਛੂ ਪੁੱਛਦਾ ਮਾਲਕਾ ਫਿਰ ਕਿਵੇਂ ਪਰਮਾਤਮਾ ਸਾਡੇ ਅੰਗ ਸੰਗ? ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਪੂਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਯਾਰ ਬਸੈ ਨਿਰੰਤਰ ਘਟ ਹੀ ਖੋਜੋ ਪਾਈ। ਕਹਿਣ ਲੱਗੇ ਜਿਵੇਂ ਫੁੱਲ ਦੇ ਅੰਦਰ ਸੁਗੰਧੀ ਅਤੇ ਸ਼ੀਸ਼ੇ ਦੇ ਅੰਦਰ ਸ਼ੀਸ਼ਾ ਦੇਖਣ ਵਾਲੇ ਦਾ ਰੂਪ, ਠੀਕ ਇਸੇ ਤਰ੍ਹਾਂ ਪਰਮਾਤਮਾ ਤੇਰੇ ਅੰਗ ਸੰਗ ਵਸਦਾ ਪਿਆ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਕਹੋ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਛਾਈ। ਉਹ ਭਲਿਆ ਘਰ-ਬਾਰ ਛੱਡਣ ਕਰਕੇ ਨਹੀਂ, ਜਦੋਂ ਤੱਕ ਤੂੰ ਆਪਣੇ ਆਪੇ ਦੀ ਪਰਖ ਨਹੀਂ ਕਰਦਾ, ਜਦੋਂ ਤੱਕ ਤੂੰ ਆਪਣੇ ਆਪੇ ਦੀ ਪੜਚੋਲ ਨਹੀਂ ਕਰਦਾ। ਬੜਾ ਪਿਆਰਾ ਬਚਨ ਬਾਬਾ ਫਰੀਦ ਜੀ ਦਾ ਜੀ। ਕੀ ਕਰਾਂ, ਇਤਨਾ ਕੁ ਅਮੋਲਕ ਖਜ਼ਾਨਾ ਤਾਂ ਮੈਂ ਪਹਿਲਾਂ ਬੇਨਤੀ ਕੀਤੀ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਕਰ ਕੀ ਆਪ ਨੜੇ ਗਰੀਬਾਨ ਮੇ, ਸਿਰ ਨੀਵਾ ਕਰ ਦੇਖ, ਕਹੋ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਜਦੋਂ ਤੱਕ ਤੂੰ ਆਪਣੇ ਆਪੇ ਦੀ ਪੜਚੋਲ ਨਹੀਂ ਨਾ ਕਰਦਾ, ਤੇਰੇ ਅੰਦਰੋਂ ਉਹ ਪਰਦਾ ਨਹੀਂ ਹਟਣਾ ਜਿਸ ਕਰਕੇ ਤੈਨੂੰ ਪਰਮਾਤਮਾ ਦਾ ਦੀਦਾਰ ਨਹੀਂ ਹੋ ਰਿਹਾ। ਬਾਣੀ ਦੀ ਆਰੰਭਤਾ ਹੀ ਇੱਥੋਂ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ। ਪੁੱਛਿਆ ਸੀ ਮਾਲਕਾ ਕਿਵੇਂ ਸਚਿਆਰੀ ਹੋਈਏ, ਕਿਵੇਂ ਰੱਬ ਦੀ ਪ੍ਰਾਪਤੀ ਕਰੀਏ? ਮਾਰ ਕਹਿੰਦੇ ਤੇਰੇ ਅੰਦਰ ਇੱਕ ਝੂਠ ਦੀ ਦੀਵਾਰ ਖੜੀ ਹੋਈ ਹੈ ਭਲਿਆ, ਉਹਨੂੰ ਪਾਸੇ ਕਰ, ਤੈਨੂੰ ਪਰਮਾਤਮਾ ਅੰਦਰ ਬੈਠਾ ਨਜ਼ਰ ਆ ਜਾਏਗਾ। ਰੋਜ਼ ਪੜ੍ਹਦੇ ਹੋ ਕਿਵ ਸਚਿਆਰਾ ਹੋਈਆ, ਕਿਵ ਕੂੜਾ ਟੁੱਟਾ ਪਾਲ, ਹੁਕਮ ਰਜਾਈ ਚਲਣਾ, ਨਾਨਕ ਲਿਖਿਆ ਨਾਲ, ਕਹੋ ਨਾਨਕ ਬਿਨ ਆਪਾ ਚੀਨਾ, ਮਿਟੈ ਨਾ ਭਰਮ ਕੀ ਕਾਈ। ਮਾਰ ਕਹਿੰਦੇ ਤੈਨੂੰ ਘਰ-ਬਾਰ ਛੱਡਣ ਦੀ ਲੋੜ ਨਹੀਂ ਭਲਿਆ, ਨਾ ਤੈਨੂੰ ਜੰਗਲਾਂ 'ਚ ਜਾਣ ਦੀ ਲੋੜ ਹੈ। ਰੱਬ ਤੇਰੇ ਘਰ ਹੀ ਹੈ। ਇਹਨਾਂ ਚੀਜ਼ਾਂ ਨੂੰ ਪਾ ਕੇ ਤੇ ਗੁਰੂ ਦਾ ਸ਼ੁਕਰ ਕਰਨ ਦੀ ਜਾ ਸਕਣੀ ਸੀ। ਇਹਨਾਂ ਸੁੱਖਾਂ ਨੂੰ ਤਿਆਗਣਾ ਥੋੜੀ ਸੀ, ਇਹਨਾਂ ਸੁੱਖਾਂ ਨੂੰ ਪਾ ਕੇ ਉਹਦਾ ਸ਼ੁਕਰ ਕਰਨ ਦੀ ਜਾ ਸਕਣੀ ਸੀ।
ਲਓ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਜੇ ਤਿਆਗ ਕਰਨਾ ਹੀ ਆ ਭਲਿਆ ਤੇ ਕਿਸ ਚੀਜ਼ ਦਾ ਤਿਆਗ ਕਰਨਾ। ਸਤਿਗੁਰਾਂ ਨੇ ਅਗਰ ਕਿਸੇ ਦੀ ਕਮਜ਼ੋਰੀ ਦੀ ਗੱਲ ਕੀਤੀ ਨਾ ਸਾਧ ਸੰਗਤ, ਬੜਾ ਹਿਰਦਾ ਮੈਂ ਕਹਿੰਦਾ ਪਿਆਰ ਵਿੱਚ ਡੁੱਬ ਜਾਂਦਾ ਹੈ। ਅਸੀਂ ਕਿਸੇ ਦੀ ਕਮਜ਼ੋਰੀ ਦੀ ਗੱਲ ਕਰੀਏ ਨਾ ਤੇ ਹਉਮੈ ਆਪਣੀ ਪ੍ਰਗਟ ਕਰਨੇ, ਆਪਣੀ ਹਉਮੈ ਕਰਕੇ ਕਿਸੇ ਦੀ ਕਮਜ਼ੋਰੀ ਸਾਹਮਣੇ ਲਿਆਨੇ ਆ। ਪਰ ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿੰਨੇ ਸਤਿਕਾਰ ਨਾਲ ਸ਼ਬਦ ਵਰਤੇ ਜੀ। ਕਹਿਣ ਲੱਗੇ ਸਾਧੋ ਮਨ ਕਾ ਮਾਨ ਤਿਆਗੋ। ਇਹ ਭਲੇ ਪੁਰਸ਼ੋ ਜੇ ਤਿਆਗਣਾ ਹੀ ਆ ਤੇ ਘਰ-ਬਾਰ ਨਾ ਤਿਆਗੋ ਬਲਕਿ ਮਨ ਦਾ ਮਾਨ ਛੱਡ ਦਿਓ। ਉੱਥੇ ਸ਼ਬਦ ਸਾਧੋ ਵਰਤਿਆ ਜੀ, ਕਿਸੇ ਨੂੰ ਮਾੜਾ ਨਹੀਂ ਆਖਿਆ। ਜੇ ਚੋਰ ਹੈ ਤੇ ਚੋਰ ਨਹੀਂ ਆਖਿਆ, ਮਾੜਾ ਮਨੁੱਖ ਹੈ ਉਹਨੂੰ ਮਾੜੇ ਸ਼ਬਦਾਂ ਨਾਲ ਨਹੀਂ ਸੰਬੋਧਨ ਕੀਤਾ, ਬਲਕਿ ਸਾਧੋ ਸ਼ਬਦ ਵਰਤਿਆ। ਸਾਧੋ ਮਨ ਕਾ ਮਾਨ ਤਿਆਗੋ, ਜੇ ਤਿਆਗਣਾ ਹੀ ਆ ਭਲਿਆ ਕੁਝ ਕਰਨਾ ਹੀ ਹੈ ਜੇ ਪਰਮਾਤਮਾ ਨੂੰ ਪ੍ਰਾਪਤੀ ਵਾਸਤੇ ਤਾਂ ਫਿਰ ਮਨ ਦਾ ਮਾਨ ਤਿਆਗ। ਇੱਕ ਬਚਨ ਕਹਿ ਦਿਆਂ ਸਾਧ ਸੰਗਤ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ ਦੀ ਆਰੰਭਤਾ ਤਿਆਗ ਤੋਂ ਤੇ ਖਤਮ ਹੁੰਦੀ ਹੈ ਪਕੜ ਤੇ। ਲਾਸਟ ਸ਼ਲੋਕ ਕੀ ਹੈ? ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਰਾਮ ਨਾਮ ਔਰ ਮੈਂ ਗਹਿਓ ਜਾਂ ਕੇ ਸਾਹਮਣੇ ਕੋਈ। ਗਹਿਓ ਦਾ ਅਰਥ ਕੀ ਹੈ? ਪਕੜਨਾ। ਆਰੰਭਤਾ ਤਿਆਗ ਤੋਂ ਤੇ ਸਮਾਪਤੀ ਆ ਜਾਂਦੀ ਪਕੜਨ ਤੇ। ਪਰ ਕਹਿੰਦੇ ਤਿਆਗ ਕਰ ਮਨ ਦਾ ਤੇ ਪਕੜ ਕਰ ਪਰਮਾਤਮਾ ਦੇ ਨਾਮ ਦਾ। ਤੁਸੀਂ ਦੇਖਿਓ ਦੋਵੇਂ ਵਿਪਰੀਤ ਸ਼ਬਦ ਨੇ ਜੀ, ਅੱਖਰ ਸੇਮ ਲੱਗਦੇ ਨੇ। ਜੇ ਮਾਨ ਲਿਖਣਾ ਹੋਏ ਤਾਂ ਵੀ ਮੰਮਾ ਕੰਨਾ ਨੰਨਾ ਮਾਨ ਆ ਗਿਆ, ਨਾਮ ਲਿਖਣਾ ਹੋਵੇ ਨੰਨਾ ਕੰਨਾ ਮੰਮਾ, ਲੇਕਿਨ ਦੋਨੋਂ ਵਿਪਰੀਤ ਨੇ। ਮਰ ਕਹਿੰਦੇ ਜਿੱਥੇ ਮਾਨ ਹੈ ਉੱਥੇ ਨਾਮ ਨਹੀਂ ਹੋਵੇਗਾ, ਜਿੱਥੇ ਨਾਮ ਹੈ ਉੱਥੇ ਮਾਨ ਨਹੀਂ ਰਹੇਗਾ। ਸੋ ਆ ਭਲਿਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇੱਕ ਵਚਨ ਲੈ ਲੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨ। ਜੇ ਤਿਆਗਣਾ ਹੀ ਹੈ ਤੇ ਸਾਰੇ ਤਿਆਗ ਚੋਂ ਵੱਡਾ ਤਿਆਗ ਇਹ ਹੈ, ਭਲਾ ਤਿਆਗ ਇਹ ਹੈ ਤੂੰ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਿਆਗ ਕਰ ਦੇ। ਇਹ ਸਭ ਤੋਂ ਵੱਡਾ ਤਿਆਗ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ। ਹੋਰ ਕੀ ਤਿਆਗੇ ਜੀ? ਕਾਮ ਕ੍ਰੋਧ ਸੰਗਤ ਦੁਰਜਨ ਕੀ। ਇਹ ਜਿਹੜਾ ਕਾਮ ਤੇ ਕ੍ਰੋਧ ਤੇਰੇ ਅੰਦਰ ਹਨ, ਇਹਨੂੰ ਵੀ ਇਸ ਤਰ੍ਹਾਂ ਸਮਝ ਜਿਵੇਂ ਤੂੰ ਰੋਜ਼ ਮਾੜੇ ਲੋਕਾਂ ਦੀ ਸੰਗਤ ਕਰਨਾ। ਇਹ ਵੀ ਤਾਂ ਸੰਗਤ ਹੈ ਜੀ। ਬੰਦਾ ਇਕੱਲਾ ਬੈਠ ਕੇ ਵੀ ਇਕੱਲਾ ਨਹੀਂ ਹੋ ਪਾਉਂਦਾ ਜੀ, ਅੰਦਰ ਹੀ ਅੰਦਰ ਪਤਾ ਨਹੀਂ ਕਿਹਨਾਂ ਵਿਕਾਰਾਂ ਦੀ ਸੰਗਤ ਕਰਦਾ ਰਹਿੰਦਾ ਹੈ। ਮਾਰੇ ਕਹਿੰਦੇ ਇਹ ਕਾਮ ਕ੍ਰੋਧ ਜਿਹੜੇ ਤੇਰੇ ਅੰਦਰ ਉਛਾਲੇ ਮਾਰਦੇ ਪਏ ਨਾ, ਇਹ ਵੀ ਇੱਕ ਇਸ ਤਰ੍ਹਾਂ ਨਾ ਜਿਵੇਂ ਮਾੜੇ ਲੋਕਾਂ ਦੀ ਸੰਗਤ ਕਰੀਦੀ ਹੈ। ਸਤਿਗੁਰਾਂ ਨੇ ਕਿਉਂ ਕਾਮ ਕ੍ਰੋਧ ਤੋਂ ਵਰਜਿਆ ਜੀ? ਮੈਂ ਕਹਿੰਦਾ ਬਾਣੀ ਦੀ ਵਿਚਾਰ ਸਾਧ ਸੰਗਤ ਬਾਣੀ ਕਰਦੀ ਜਾਂਦੀ ਹੈ, ਬਸ ਲੋੜ ਹੈ ਬਾਣੀ ਦਾ ਅਭਿਆਸ ਕਰਨ ਦੀ। ਜਿੰਨੀ ਹੋ ਸਕੇ ਬਾਣੀ ਦੀ ਪ੍ਰੈਕਟਿਸ ਕਰੀਏ, ਬਾਣੀ ਦਾ ਅਭਿਆਸ ਕਰੀਏ। ਤੁਸੀਂ ਇਸ ਗੁਰੂ ਅੱਗੇ ਸਰੈਂਡਰ ਕਰ ਦਿਓਗੇ ਆਪਣਾ ਆਪ ਕਿ ਮਨਾ ਤੂੰ ਕੀ ਸੋਚਦਾ ਹੈ, ਇੱਥੇ ਤਾਂ ਬਾਣੀ ਦੀ ਵਿਚਾਰ ਬਾਣੀ ਕਰਦੀ ਜਾਂਦੀ ਹੈ। ਮਰ ਕਹਿੰਦੇ ਤਾਂ ਤੈਨੂੰ ਕਹਿਣਾ ਕਾਮ ਕ੍ਰੋਧ ਦਾ ਤਿਆਗ ਕਰ, ਕਿਉਂਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉ ਕੰਚਨ ਸੁਹਾਗਾ ਢਲ ਹੈ। ਕਹਿੰਦੇ ਕਾਮ ਤੇ ਕ੍ਰੋਧ ਜਿੱਥੇ ਤੇਰੇ ਜੀਵਨ 'ਚ ਖੁਆਰੀ ਪੈਦਾ ਕਰੇਗਾ, ਉੱਥੇ ਤੇਰੀ ਕਾਇਆ ਨੂੰ ਤੇਰੇ ਸਰੀਰ ਨੂੰ ਗਾਲ ਕੇ ਰੱਖ ਦੇਗਾ। ਕਾਮ ਕ੍ਰੋਧੀ ਬੰਦਾ ਸੁਖੀ ਥੋੜੀ ਹੋ ਸਕਦਾ ਜੀ। ਉਹਦੇ ਤਨ ਦਾ ਵੀ ਨਾਲ ਨਾਲ ਨੁਕਸਾਨ, ਮੇਰੇ ਸਤਿਗੁਰ ਕਹਿੰਦੇ ਉਹਦਾ ਤਨ ਵੀ ਨਾਲ ਨਾਲ ਖੁਆਰ ਹੁੰਦਾ ਹੈ। ਜਿੱਥੇ ਜੀਵਨ 'ਚ ਖੁਆਰੀ ਉੱਥੇ ਉਹਦਾ ਤਨ ਵੀ ਖਤਮ ਹੋਣ ਦੀ ਕਗਾਰ ਤੇ ਆ ਜਾਂਦਾ। ਇਤਨੀ ਕਮਜ਼ੋਰੀ ਅੰਦਰ ਪੈਦਾ ਹੋ ਜਾਂਦੀ। ਮੇਰੇ ਸਤਿਗੁਰ ਕਹਿੰਦੇ ਮੈਂ ਸਿੱਖ ਨੂੰ ਹਰ ਪੱਖ ਤੋਂ ਤੰਦਰੁਸਤ ਕਰਨਾ ਚਾਹੁੰਦਾ। ਸੋ ਮੇਰੇ ਗੁਰੂ ਪਾਤਸ਼ਾਹ ਕਹਿੰਦੇ ਕਾਹ ਰੇੜੇ ਜਿੱਥੇ ਬਨ ਖੋਜਣ ਜਾਈ ਦੀ ਗੱਲ ਕੀਤੀ, ਉੱਥੇ ਆਖਿਆ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਿਸ ਭਾਗੋ। ਦਿਨ ਰਾਤ ਇਹਨਾਂ ਚੀਜ਼ਾਂ ਤੋਂ ਦੂਰ ਨਸੋ ਜੇ ਜੀਵਨ ਵਿੱਚ ਕੁਝ ਕਾਮਯਾਬੀ ਕਰਨਾ ਚਾਹੁੰਦੇ ਹੋ। ਜੇ ਕਬੀਰ ਸਾਹਿਬ ਨੂੰ ਪੁੱਛੀਏ ਜੀ, ਕਬੀਰ ਸਾਹਿਬ ਕਹਿਣ ਲੱਗੇ ਭਲਿਆ ਜੇ ਮਾਇਆ ਤਿਆਗ ਦਿੱਤੀ ਤੇ ਕੀ ਤਿਆਗਿਆ ਜੀ? ਜਿਹੜੀ ਚੀਜ਼ ਤਿਆਗਣ ਵਾਲੀ ਸੀ ਉਹ ਤੋਂ ਤਿਆਗੇ ਨਹੀਂ। ਤੁਸੀਂ ਦੇਖੋ ਕੋਈ ਗੱਲ ਕਰਕੇ ਦੇਖੋ, ਮਹਾਰਾਜ ਦੀ ਬਾਣੀ ਦਾ ਪ੍ਰਮਾਣ ਸਾਹਮਣੇ ਆਵੇਗਾ। ਕਬੀਰ ਸਾਹਿਬ ਕਹਿੰਦੇ ਕਬੀਰ ਮਾਇਆ ਤਜੀ ਤੋਂ ਕਿਆ ਪਿਆ, ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨੀ ਵਰ ਗਲੇ ਮਾਨ ਸਭੈ ਕੋ ਖਾਏ। ਭਲਿਆ ਜੇ ਸੱਚਮੁੱਚ ਮਾਇਆ ਤਜੀ ਤੇ ਕੀ ਤਿਆਗ ਦਿੱਤਾ? ਜਿਹੜੀ ਚੀਜ਼ ਤਿਆਗਣ ਵਾਲੀ ਸੀ ਉਹ ਤੂੰ ਤਿਆਗੀ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹ ਕੇ ਦੇਖਿਓ, ਭਗਤ ਰਵਿਦਾਸ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ। ਕਹਿੰਦੇ ਤੈਨੂੰ ਇੱਕ ਗੱਲ ਦਾਅਵੇ ਨਾਲ ਕਹਿਣਾ, ਜਿੱਥੇ ਹਉਮੈ ਹੋਵੇਗੀ ਨਾ, ਜਿੱਥੇ ਮਾਨ ਹੋਵੇਗਾ, ਉੱਥੇ ਨਾਮ ਟਿਕ ਹੀ ਨਹੀਂ ਸਕਦਾ ਜੀ। ਇੱਕ ਹੋਰ ਬਚਨ ਨਾਲ ਲੈ ਲਾ, ਮੇਰੇ ਸਤਿਗੁਰ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਹਿੰਦੇ ਹਉਮੈ ਦਾ ਨਾਮ ਨਾਲ ਵਿਰੋਧ ਹੈ। ਇਹ ਦੋਵੇਂ ਚੀਜ਼ਾਂ ਵਿਪਰੀਤ ਨੇ। ਇਹ ਦੋਵੇਂ ਚੀਜ਼ਾਂ ਇੱਕ ਜਗ੍ਹਾ ਨਹੀਂ ਰਹਿ ਸਕਦੀਆਂ। ਜਿੱਥੇ ਨਾਮ ਹੈ ਉੱਥੇ ਮਾਨ ਨਹੀਂ ਹੋਵੇਗਾ, ਜਿੱਥੇ ਮਾਨ ਹੈ ਉੱਥੇ ਨਾਮ ਨਹੀਂ ਹੋਵੇਗਾ। ਭਗਤ ਰਵਿਦਾਸ ਨੂੰ ਪੜ੍ਹ ਲਿਓ ਜੀ। ਤਾਂ ਤੇ ਉਹ ਬਾਣੀ ਸਾਧ ਸੰਗਤ ਜੋ ਗੁਰੂ ਨਾਨਕ ਦੇ ਉਪਦੇਸ਼ ਉਹੀ ਛੇ ਗੁਰੂ ਸਾਹਿਬਾਨ ਦੇ ਉਪਦੇਸ਼। ਜੋ ਗੁਰੂ ਨਾਨਕ ਦੇ ਉਪਦੇਸ਼ ਉਹੀ ਭਗਤਾਂ ਦੀ ਬਾਣੀ 'ਚ ਉਪਦੇਸ਼ ਮਿਲਦੇ, ਉਹੀ ਭੱਟਾਂ ਦੇ ਸਵਈਆਂ 'ਚ ਉਪਦੇਸ਼ ਮਿਲਦੇ। ਇਹ ਸਾਰੀ ਬਾਣੀ ਦਾ ਇੱਕੋ ਹੀ ਸਿਧਾਂਤ ਹੈ ਜੀ, ਇੱਕੋ ਹੀ ਮੂਲ ਸਿੱਖਿਆ ਮਿਲਦੀ ਹੈ। ਇਹਨਾਂ ਵਿੱਚ ਕੋਈ ਫਰਕ ਨਹੀਂ ਸਾਧ ਸੰਗਤ। ਭਗਤ ਰਵਿਦਾਸ ਜੀ ਕਹਿੰਦੇ
जब हम होते तब तू नाही। एक क्लीयर कट गल कह दी जी, असल असलीयत समझा दी कि भलिया जिथे मैं है ना उथे परमात्मा कदे नजर आ ही नहीं सकता। जब हम होते तब तू नाही, अब तू ही मैं नाही। जो परमात्मा की जात अंदर टिक गई उत्थे मान नाम की चीज़ ही कोई नहीं रहनी। सो भगत रविदास जी ने भी ये मोहर लगा दी, भलिया जे त्याग करना ही है तो फिर मान का त्याग कर। हुण भगत कबीर साहब ने एक गल पूछ ली, भगत जी इस मान का नाश किवें होवेगा, ये मान किवें निकलेगा। भगत कबीर साहब ने बड़ा प्यारा वचन श्लोकां च कीता जी। मार कहते तू करन दी जाच सिख लै, ये मान आपे ही खंभ ला के उड़ जाएगा। कबीर तू करता तू हुआ, मुझ में रहा ना हूं, जब आपा पर का मिट गया जत देखो तत तू। बस तू कहन दी जाच सिख लै। कबीर साहब कहते कदों किते सुलखनी घड़ी आएगी भलिया, जदों तेरे अंदरों ये आवाज़ निकलेगी, कबीर मेरा मुझ में किछ नहीं, जो किछ है सो तेरा, तेरा तुझको सौंपते क्या लागा मेरा। जदों ये अवस्था तेरी बन जाएगी ना, लाओ फिर अगला स्टैप है साध संगत। बड़े संखेप जे तरीके नाल केवल गुरु तेग बहादुर पातशाह की पावन बाणी की इंट्रोडक्शन। सारी बाणी विच सब तो पहली गल मिलती है कि गुरु तेग बहादुर पातशाह ने असल त्याग किहड़ा समझाया। मारे कहते घर बार नहीं त्यागना, ये दुनिया के सुख नहीं त्यागने, इन्हां विच रह के तू परमात्मा नूं किवें मिलना, ये सतगुरां दी बाणी च जा सिखाई। मारे कहते अगर ऐसा त्यागी बन जाएगा ना, मैं तैनूं दावे नाल कहना तेरे अंदरों फुट फुट के वैराग निकलेगा। वो वैराग की दुनिया ने वैराग की परिभाषा बदल के रख दी जी। वो वैराग की सतगुरां दी सारी बाणी मनुख के अंदर वैराग भरती। कहने लगे जिहड़ा संसार तू देखना पिया ना, जिस संसार के अंदर तू मोह पा के बैठा है, वो भलिया ये संसार देख असल विच है कि है, तेरे अंदर वैराग पैदा होएगा। गुरु तेग बहादुर पातशाह कहते जैसे जल ते बुध बुधा, उपजै बिन सनेत, जग रचना तैसे रचे, कहो नानक सुन मीत। ये चीज़ां नूं देखेगा तेरे अंदर वैराग उत्पन्न होएगा। मना एवें संसार की पकड़ बना के बैठा है, एवें संसार ना मोह पा के बैठा है। इस संसार ते इस तरह जिवें पानी के अंदर कदे बुलबुला पैदा होंदा ते कदे मिट जाता है। इस संसार की उपज भी ऐसी है, कदे संसार पैदा हो रहा, कोई आ रहा तो कोई जा रहा। ताई सतगुर ने क्या आवन जान एक खेल बनाया, तेरे अंदर वैराग पैदा हो जाए। ये बाणी गुरु तेग बहादुर पातशाह की मनुख के अंदर वैराग पैदा करती। आख्या संसार तो भजना नहीं, संसार के अंदर रह के तू बैरागी किवें बनना है। संसार के अंदर विचरदियां घर दियां जिम्मेवारियां निभांदियां होया तू असल बैरागी किवें बनना। एक होर श्लोक सुन लो जी। गुरु तेग बहादुर पातशाह कहते जग रचना सब झूठ है, जान लियो रे मीत, कह नानक थिर ना रहे, जो बालो के पीत। जदों ये गल तैनूं समझ आ जाएगी ना, तो संसार नाल प्यार छड्ड के फिर सचमुच असल प्यार की गल तैनूं समझ आ जाएगी। क्योंकि ये वैराग उत्पन्न करता मनुख के अंदर। बड़े शब्द गुरु तेग बहादुर पातशाह दे जिहड़े शब्द साडे अंदर वैराग पैदा करते हैं। भलिया संसार विच विचरना जरूर है, लेकिन संसार तो निर्लेप रहना, संसार की पकड़ नहीं बना के रखनी, संसार विच रहिंदे होया प्रीत उस परमात्मा नाल पा के रखना। धन गुरु तेग बहादुर पातशाह का एक शब्द आंदा जी सोठ राग के अंदर। गुरु तेग बहादुर पातशाह कहते रे नर ये साची जी धार, अपने अंदर एक पक्की गल धारण कर लै, जी दे अंदर ये वसा लै। किहड़ी गल? मार कहते सगल जगत है जैसे सुपना, बिन सत लगत नवार। ये सारे दा सारा संसार मारे कहते एक सुपने की न्याई है भलिया, इनू बिंसदियां इनू खत्म होंदियां कोई बहुता समा थोड़ी लगना। ये सारे शब्द वैराग पैदा करते हैं। तुसीं देखियो साध संगत, जिन्हों कदे परमात्मा का नाम चेते नहीं ना आया, जो किसी की बलदी हुई चिखा नूं वेखदा ना, ਉਹਦੇ अंदरों भी सुभाविक वाहिगुरू निकल जाता है, ਉਹਦੇ अंदरों भी राम निकल जाता है, ਉਹਦੇ अंदर भी वैराग फुटदा। मैं कहना एक अनजान तो अनजान बंदा, अनपढ़ तो अनपढ़ बंदा भी शमशान घाट ते जाके ज्ञानी बन जाता जी। कहता असल विच मनुख की असलीयत इहो है, मनुख का अंत इहो है, पर शमशान घाट तो बाहर निकलने की देरी फिर सारा मोह माया के जंजाल विच फस के रह जाता जी। मार कहते तेनों मैं संसार विच रहिंदियां त्यागी बनाना चाहना।
ਇਹ ਮੈਂ ਤਾਂ ਤੇਰੇ ਵਾਸਤੇ ਵੈਰਾਗ ਦੇ ਸ਼ਬਦ ਬਖਸ਼ਿਸ਼ ਕੀਤੇ ਨੇ, ਤੇਰੇ ਅੰਦਰ ਕਿਤੇ ਵੈਰਾਗ ਪੈਦਾ ਹੋ ਜਾਏ ਭਲਿਆ ਕਿ ਅਸਲ ਵੈਰਾਗ ਕੀ ਹੈ। ਮਰ ਕਹਿੰਦੇ ਬਾਰੂ ਪੇਤ ਬਣਾਈ ਰਚ ਪਚ, रहत नहीं दिन चार, तैसे ही ये सुख माया के उर्जो कहाँ गवार। जिन्हां चीज़ां विच उर्ज के रह गया, ये 4 दिन के सुख ने। एक बार बचन किया से गुरु तेग बहादुर पातशाह दा, महाराज ने बड़ियां कमाल दियां उदाहरणां दित्तियां जी गुरु अर्जन देव पातशाह। महाराज कहंदे माई माया छल, ये जिन्हां चीज़ां विच तू फस के रह गया, एक छलावा है, एक धोखा है। तां जग्यासू कहंदा मालका समझ नहीं आई, कोई उदाहरण दे के समझाओ। मार कहते त्रिन की अगन, मेघ की छाया, गोबिंद भजन बिन हड़ का जल। कहते जिवें सर्दी की रुत होए तो कोई कखां की अग वल के सेकना शुरू कर दे ते आखदे मैनूं सर्दी तो राहत मिल गई है। मार कहते उहदा भुलेखा होवेगा, कखां की अग किन्नी क देर टिक के रह सकदी। सुनिओ बचन ध्यान नाल। मार कहते त्रिन की अगन, मेघ की छाया। कई बार कड़कदी धुप होवे, गर्मी का समा होवे ना, ते सूरज दे अगे बदल आ जांदा जी। मार कहते किन्नी क देर तैनूं छां देवेगा, ये कुछ के चिर दी पराउणा सुख है। मारे कहते दुनिया के सुख भी इसे तरह ना। त्रिन की अगन, मेघ की छाया, गोबिंद भजन बिन हड़ का जल। जिवें बारिश आए 2-4 दिन ते हाड़ चढ़ के आ जाता ना, वो जिमीदार आखे कि मैनूं पानी का बंदोबस्त करने की लोड़ नहीं। मारे कहते तेरे जीवन का भुलेखा है, ये तो जिवें पानी आया तो तिवें चला जाना। ये दुनिया के सुख जिवें आए तो तिवें खत्म हो जाने, इन्हां नाल पकड़ ना बना के रखें। मार कहते अज हूँ समझ कछ बिगलियो नाहिन, भज ले राम मुरार, कहो नानक निज मत साधन को भाख्यो तोए पुकार। ये सारे शब्द की ने जिन्ने क संखेप तुहाडे सामने रखे ने, ये शब्द मनुख दे अंदर वैराग पैदा करते हैं। जिस दिन तेरे अंदर वैराग पैदा हो गया ना, तीसरा स्टैप है साध संगत, उदों तेरे अंदर एक प्यार पैदा होगा। गुरु अर्जन देव पातशाह पता की कहते, कहते प्रीत प्रीत गुरिया मोहन लालना। कहते सारिया प्रीतां तो उत्तम प्रीत पता केड़ी है, उस परमात्मा नाल प्रीत पानी। पहली गल सी त्याग दी, असल त्याग की है। दूजी गल वैराग दी कि तेरे अंदर वैराग किवें पैदा होवे। मार कहते जिस दिन तेरे अंदर ये वैराग आ गया ना कि सारा संसार नासबंत है, इत्थे कुछ भी नाल निभन वाला नहीं, उस दिन तेरे अंदरों प्यार पैदा होगा। सो धन गुरु तेग बहादुर पातशाह दे एक बचन कह के समाप्ति अज करने आ। मार कहते रे नर राम स्यों कर प्रीत, रे मन राम स्यों कर प्रीत, सरबन गोबिंद गुण सुनो अर गाओ रसना गीत। मेरे मन छड्ड संसार दियां प्रीतां, जे प्रीत करनी है तो उस परमात्मा नाल प्रीत कर। जग्यासू कहता किवें प्रीत पवे मालका, असीं कलयुगी जीवा, साडी गल बनदी नहीं पई। सचमुच गुरु कोल आना यही मकसद है। गुरु कोल आके सरैंडर करना सी मालका, जो कुछ आपां करन वास्ते आ रहे हैं वो हो नहीं रहा। गुरु फिर जा सिखांदा ना, असीं कदे गुरु अगे झोली अड्डी नहीं, दुनियावी दाता मंगदे साडियां उमरां निकल जांदियां ने, पर किते जाच सीखण दी कोशिश नहीं कीती। मर कहंदे रे मन आराम स्यों कर प्रीत, सरबन गोबिंद गुण सुनो अर गाओ रसना गीत। इन्हां कन्नां दे नाल उस परमात्मा दे गुण सुनिया कर, इस जबान दे नाल उस परमात्मा दे गीत गाया कर। मैं तैनूं दावे नाल कहना तेरे अंदर साईं दी प्रीत पै जाएगी। लो फिर अगले दीवान गल करनी साध संगत, गुरु तेग बहादुर पातशाह दे सलोकां दी विचार आरंभ करना। अज केवल दूसरी बार बेनती कर लगा, संखेप रूप च गुरु तेग बहादुर पातशाह दी पावन बाणी दी एक झलक तुहाडे सामने रखी कि असल विच गुरु तेग बहादुर पातशाह दी पावन बाणी च मुख सिक्ख्यावां की मिलदियां। तो सतगुरां ने पहले सलोक दे अंदर ही प्यार की गल की, जिहड़ा सलोक आपां अगे विचारना जी। मार कहंदे गुण गोबिंद गायो नहीं, जन्म अकारथ कीन, कहो नानक हर भज मना, जे विद जल को मीन। किवें प्यार करना, जिवें मच्छी का पानी नाल प्यार है, इस तरह की तेरे अंदर प्रीत पैदा हो जाए। मर कहते ओ दिन दूर नहीं जिस दिन तू जींदे जी परमात्मा की प्राप्ति कर लवेगा। तां ही गुरु कलगीधर पातशाह ने आख्या सी कि साच कहूँ सुन लियो सबै, जिन प्रेम कियो तिन ही प्रभ आयो। इतनियां बेनतियां प्रवान करनियां जी, होइयां बेअंत भुलां बख्श लैनियां, देहो सज्जन असीसड़ियां, ज्यों होवै सहब सुमेल। गज के फतेह बुला दो जी। वाहिगुरू जी का खालसा, वाहिगुरू जी की फतेह।